ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਪੰਜਾਬ ਦੇ ਸਿਆਸੀ ਭੁਚਾਲ ਦੇ ਬਾਰੇ। ਨਵਜੋਤ ਸਿੱਧੂ ਦਾ ਅਸਤੀਫਾ, ਉਸ ਤੋਂ ਬਾਅਦ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਦਾ ਅਸਤੀਫਾ। ਮੰਤਰੀਆਂ ਨੇ ਹਾਲੇ ਸਹੁੰ ਚੁੱਕਣੀ ਸੀ, ਕੁਰਸੀ ਤੇ ਬਹਿਣ ਤੋਂ ਪਹਿਲਾਂ ਵੀ ਜਿਹੜਾ ਝਟਕਾ ਲੱਗਿਆ ਉਹਦੇ ਵਿਚਾਲੇ ਰਵਨੀਤ ਬਿੱਟੂ ਹੋਣਾ ਦਾ ਬਿਆਨ ਸਾਹਮਣੇ ਆਉਣਾ, ਬਹੁਤ ਕੁਝ ਇਹੋ ਜਿਹਾ। ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ। ਵਿਰੋਧੀਆਂ ਨੇ ਵੀ ਬਿਆਨ ਜਿਹੜੇ ਆਉਣੇ ਸ਼ੁਰੂ ਹੋਏ। ਆਮ ਆਦਮੀ ਪਾਰਟੀ ਨੇ ਕਿਹਾ ਕਿ ਹੋਈ ਕਾਂਗਰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਇਹੋ ਜਿਹੀ ਮਿਜ਼ਾਈਲ ਪਹਿਲਾਂ ਕੈਪਟਨ ਸਾਹਿਬ ਤੇ ਡਿੱਗੀ, ਹੁਣ ਕਾਂਗਰਸ ਤੇ ਡਿੱਗੀ। ਸਿੱਧੂ ਤੋਂ ਥੋੜਾ ਜਿਹਾ ਸੰਭਲ ਕੇ। ਇਸ ਸਭ ਦੇ ਵਿਚਾਲੇ ਸਵਾਲ ਇਹ ਹੈ ਕਿ ਆਖਿਰਕਾਰ ਨਵਜੋਤ ਸਿੰਘ ਸਿੱਧੂ ਕਰਨਾ ਕੀ ਚਾਹੁੰਦੇ ਨੇ। ਕਈ ਕਹਿੰਦੇ ਕਿ ਮੁੱਦਿਆਂ ਦੀ ਸਿਆਸਤ ਸੀਗੀ, ਉਹਦੇ ਤੋਂ ਕਾਂਗਰਸ ਭਟਕ ਗਈ। ਏਜੀ ਦਾ ਲਾਉਣਾ, ਡੀਜੀਪੀ ਦਾ ਲਾਉਣਾ, ਆਪਣੇ ਮਨਪਸੰਦ ਮੰਤਰੀਆਂ ਨੂੰ ਲਾਉਣਾ, ਬਹੁਤ ਕੁਝ ਇਹੋ ਜਿਹਾ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਪ੍ਰੋਫੈਸਰ ਸਾਹਿਬ ਇਸ ਨੂੰ ਕਿੱਦਾਂ ਦੇਖਦੇ ਨੇ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਕਿੱਦਾਂ ਦੇਖਦੇ ਹੋ ਇਸ ਸਾਰੇ ਰੌਲੇ ਰੱਪੇ ਨੂੰ? ਨਵਜੋਤ ਸਿੱਧੂ ਆਖਿਰਕਾਰ ਕਾਂਗਰਸ ਪੁੱਛਦੀ ਹੈ ਜਾਂ ਕਾਂਗਰਸੀ ਵਰਕਰ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਉਹ ਵੀ ਪੁੱਛਦੇ ਨੇ ਕਿ ਸਿੱਧੂ ਕੀ ਚਾਹੁੰਦੇ ਨੇ? ਪਹਿਲਾਂ ਹੀ ਕਹਿੰਦੇ ਸੀ ਕਿ ਇਹ ਤਾਂ ਬਾਹਰੀ ਨੇ, ਭਾਜਪਾ ਦੇ ਵਿੱਚੋਂ ਆਏ ਨੇ, ਖਲਾਰਾ ਪਾਉਣਗੇ ਹੀ ਪਾਉਣਗੇ। ਬਾਕੀ ਵੀ ਲੀਡਰ ਕਹਿੰਦੇ ਰਹੇ ਨੇ ਕਿ ਕੁਝ ਨਾ ਕੁਝ ਤਾਂ ਕਰਨਗੇ, ਦੇਖ ਕੇ ਬਹਿੰਦੇ। ਸੁਖਵਿੰਦਰ, ਬਾਹਰੀ ਅੰਦਰ ਦਾ ਸਵਾਲ ਨਹੀਂ ਹੈ। ਇਹ ਤੇ ਐਵੇਂ ਕਿਸੇ ਤੇ ਇਹ ਤੰਜ ਕੱਸਣ ਵਾਲੀ ਗੱਲ ਜਾਂ ਉਂਝਾਂ ਲਾਉਣ ਵਾਲੀ ਗੱਲ ਆ, ਉਂਗਲ ਉਠਾਉਣ ਵਾਲੀ ਗੱਲ ਆ, ਇਹੋ ਜਿਹੀ ਗੱਲ ਨਹੀਂ ਹੈ। ਇਹ ਆਪਾਂ ਸ਼ੁਰੂ ਤੋਂ ਹੀ ਸਾਨੂੰ ਪਤਾ ਕਿ ਇਹਨਾਂ ਨੂੰ ਇਹ ਜਿਸ ਤਰ੍ਹਾਂ ਇੱਕ ਗਰਮ, ਤੁਸੀਂ ਕਈ ਵਾਰੀ ਗਰਮ ਆਲੂ ਮੂੰਹ ਚ ਪਾ ਲਓ ਤਾਂ ਬਹੁਤ ਮੂੰਹ ਸੜਦਾ, ਕਿਉਂਕਿ ਉਹਦੇ ਚ ਜਿਹੜੀ ਆ ਹੀਟ ਰਿਟੈਂਸ਼ਨ ਬੜੀ ਜ਼ਿਆਦਾ ਹੁੰਦੀ ਹੈ। ਉਹੋ ਹੀ ਹਾਲਤ ਸਿੱਧੂ ਨੂੰ ਹੱਥ ਪਾਉਣ ਵਾਲੀ ਹੈ। ਬਹੁਤ ਹੌਟ ਪੋਟੈਟੋ, ਗਰਮ ਆਲੂ ਹੈਗਾ। ਕਈ ਵਾਰੀ ਹੱਥ ਸੜਦਾ, ਕਈ ਵਾਰੀ ਮੂੰਹ ਸੜਦਾ। ਇਹਦੇ ਬਗੈਰ ਕੰਮ ਨਹੀਂ ਚੱਲਦਾ। ਹਰ ਸਬਜ਼ੀ ਚ ਆਲੂ ਹੁੰਦਾ ਵੀ ਹੈਗਾ। ਤੇ ਇਹੀ ਕਾਰਨ ਹੈ ਕਿ ਆਪਾਂ ਇਸ ਤਰੀਕੇ ਨਾਲ ਹੀ ਸਮਝ ਲਈਏ ਕਿ ਸਿੱਧੂ ਸਾਹਿਬ ਜੋ ਲੋਕਾਂ ਦੇ ਵਿੱਚ ਉਹਨਾਂ ਦੀ ਪਿਰਤ ਹੈਗੀ ਆ, ਜੋ ਲੋਕ ਚਾਹੁੰਦੇ ਆ ਪੰਜਾਬ ਦੇ ਵਿੱਚ ਕਿਹੋ ਜਿਹਾ ਲੀਡਰ ਚਾਹੁੰਦੇ ਆ, ਉਹਨਾਂ ਦਾ ਅਪਰੂਵਲ ਰੇਟ ਅਜੇ ਵੀ ਸਾਰਿਆਂ ਨਾਲੋਂ ਹਾਈਐਸਟ ਹੈ। ਆ ਪਿੱਛੇ ਜੇ ਹੁਣ ਇੱਕ ਸਰਵੇ ਹੋ ਕੇ ਹਟਿਆ ਆ, ਭਾਵੇਂ ਕਿਸੇ ਨੇ ਨਿੱਜੀ ਤੌਰ ਤੇ ਹੀ ਕਰਵਾਇਆ ਹੋਏ, ਤੇ ਮੇਰੇ ਨਾਲ ਕੋਈ ਉਹਦੇ ਰਿਜ਼ਲਟ ਸ਼ੇਅਰ ਕਰ ਰਿਹਾ ਸੀ। ਅਜੇ ਵੀ ਸਭ ਤੋਂ ਅੱਗੇ ਵਿੱਚੇ ਕੈਪਟਨ, ਵਿੱਚੇ ਸੁਖਬੀਰ ਬਾਦਲ ਜਾਂ ਕੋਈ ਕੇਜਰੀਵਾਲ ਜਾਂ ਕੋਈ ਹੋਰ। ਜੇ ਕੋਈ ਪੰਜਾਬ ਦੇ ਲੋਕ ਸੀਐਮ ਦੇ ਚਿਹਰੇ ਤੌਰ ਤੇ ਦੇਖਣਾ ਚਾਹੁੰਦੇ ਆ, ਇਹ 4-5 ਦਿਨ ਪਹਿਲਾਂ ਦੀ ਗੱਲ ਆ, ਤਾਂ ਉਹ ਸਿੱਧੂ ਸਾਹਿਬ ਸਭ ਤੋਂ ਅੱਗੇ ਆ। ਨੰਬਰ 2 ਦੇ ਉੱਤੇ ਚਰਨਜੀਤ ਸਿੰਘ ਚੰਨੀ, ਨੰਬਰ 3 ਦੇ ਉੱਤੇ ਇਹ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਉਹਦੇ ਵਿੱਚ ਸੁਣਨ ਨੂੰ ਮੈਨੂੰ ਮਿਲੇ। ਇਸ ਲਈ ਇਹ ਜਿਹੜੀ ਗੱਲ ਹੈਗੀ ਕਿ ਅੱਜ ਦੀ ਜਿਹੜੀ ਸਾਰੀ ਹੋਈ ਹੈ, ਇਸ ਨੂੰ ਘਟਨਾਕ੍ਰਮ ਨੂੰ ਇਸ ਤਰੀਕੇ ਨਾਲ ਵੀ ਦੇਖਣ ਦੀ ਲੋੜ ਆ ਕਿ ਇੱਕ ਪਾਸੇ ਜਿਹੜਾ ਸਾਰਾ ਕੁਝ ਜੰਮ ਚੁੱਕਾ ਸੀਗਾ ਸੁਖਵਿੰਦਰ, ਕੋਈ ਕਿਸੇ ਦੇ ਅੱਗੇ ਚੂੰ ਨਹੀਂ ਕਰਦਾ। ਇੰਦਰਾ ਗਾਂਧੀ ਸੀ, ਜੋ ਕਹੇ ਤੇ ਉਹੀ ਚੱਲਦਾ ਸੀ। ਇਹ ਪੰਜਾਬ ਦੇ ਵਿੱਚ ਵੀ ਜੋ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਕਹਿ ਦੇਣ, ਕੋਈ ਕਿਸੇ ਦੀ ਜ਼ਰੂਰਤ ਨਹੀਂ ਉਹਨਾਂ ਦੇ ਵਿਰੁੱਧ, ਉਹਨਾਂ ਦੀ ਚਾਇਸ ਤੇ ਕੋਈ ਬੋਲ। ਕੈਪਟਨ ਅਮਰਿੰਦਰ ਕੁਝ ਕਹਿ ਦੇ, ਕੋਈ ਕਿਸੇ ਦੀ ਜ਼ਰੂਰਤ ਨਹੀਂ। ਮਾਇਆਵਤੀ ਕੁਝ ਕਹਿ ਦੇ, ਕੋਈ ਕਿਸੇ ਦੀ ਜ਼ਰੂਰਤ ਨਹੀਂ। ਇਹ ਡੈਮੋਕ੍ਰੇਸੀ ਨਹੀਂ ਹੈ। ਘੱਟੋ ਘੱਟ ਇੱਕ ਰਾਹਤ ਮਿਲੀ ਸੀ ਪੰਜਾਬ ਦੇ ਲੋਕਾਂ ਨੂੰ ਕਿ ਜਿਨ੍ਹਾਂ ਨੇ ਕਾਂਗਰਸ ਦੇ ਨਾਂ ਤੇ ਵੱਡੇ ਵਾਅਦੇ ਕਰਕੇ ਵੋਟਾਂ ਤੇ ਲੈ ਲੀਆਂ, ਪਰ ਕੀਤਾ ਕੁਛ ਨਹੀਂ। ਉਹਨਾਂ ਨੂੰ ਸਜ਼ਾ ਮਿਲੀ, ਚੱਕ ਕੇ ਪਟਕਾ ਮਾਰਿਆ। ਲੋਕ ਇਸ ਗੱਲ ਤੇ ਕਾਫੀ ਖੁਸ਼ ਸੀ। ਚੀਫ ਮਿਨਿਸਟਰ ਵੀ ਜਿਹੜਾ ਬਾਅਦ ਵਿੱਚ ਚੁਆਇਸ ਕੀਤੀ, ਕਿਸੇ ਹਾਲਤਾਂ 'ਚ ਕੀਤੀ, ਉਹ ਵੀ ਇੱਕ ਚੰਗਾ ਮੌਕਾ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਅਸੀਂ ਜਨਰਲੀ ਸਮਝਦੇ ਹਾਂ ਕਿ ਇਹਨਾਂ ਦਾ ਤੇ ਕੋਈ ਬਹੁਤੀ ਲੋੜ ਜਾਂ ਉਸ ਕਿਸਮ ਦੀ ਇਹਨਾਂ ਨੂੰ ਤੇ ਪਤਾ ਹੀ ਨਹੀਂ ਕਿਵੇਂ ਰਾਜ ਚਲਾਈਦਾ। ਉਹਨਾਂ ਨੇ ਜਦੋਂ ਆ ਕੇ ਗੱਦੀ ਤੇ ਚਰਨਜੀਤ ਸਿੰਘ ਚੰਨੀ, ਜਿਹੜੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵੀ ਆ, ਉਹ ਆਈ ਅੱਗੇ, ਤਾਂ ਉਹਨੇ ਵੀ ਇੱਕ ਨਵੀਂ ਉਮੀਦ, ਨਵਾਂ ਜੋਸ਼ ਲੋਕਾਂ 'ਚ, ਨਵੀਂ ਚਰਚਾ ਛੇੜੀ। ਹੁਣ ਅਚਾਨਕ ਦੋ ਗੱਲਾਂ ਅੱਜ ਤੇ ਉੱਪਰੋਂ ਥਲੀ ਹੋ ਗਈਆਂ, ਜਿਹੜੇ ਕਿ ਇੰਝ ਸਮਝ ਲਓ ਕਿ ਭੁਚਾਲ ਹੀ ਰਿਹਾ। ਸਾਰੀ ਦਿਹਾੜੀ ਕੰਧਾਂ ਹਿਲਦੀਆਂ ਹੀ ਰਹੀਆਂ। ਮੈਨੂੰ ਤੇ ਇਉਂ ਲੱਗਦਾ ਸੀਗਾ ਕਿ ਟੀਵੀ ਦਾ ਵੀ ਕੋਈ ਥੱਲੇ ਨਾ ਡਿੱਗ ਪਏ ਕੰਧ ਤੋਂ, ਇੰਨੇ ਵੱਡੇ ਵੱਡੇ ਭੁਚਾਲ। ਪਹਿਲਾ ਭੁਚਾਲ ਇਹ ਹੋ ਗਿਆ ਦੁਪਹਿਰੇ ਜੇ, ਆਹ ਦੇਖੋ ਜੀ ਕੈਪਟਨ ਸਾਹਿਬ ਚੱਲ ਗਏ ਆ, ਦਿੱਲੀ ਨੂੰ ਚੱਲ ਪਏ ਆ, ਉੱਥੇ ਜਾ ਕੇ ਅਮਿਤ ਸ਼ਾਹ ਨੂੰ ਮਿਲਣਗੇ। ਹੋ ਸਕਦਾ ਐਗਰੀਕਲਚਰ ਮਿਨਿਸਟਰ ਦੀ ਆਫਰ ਆਵੇ, ਪਰ ਉਦੋਂ ਪਹਿਲਾਂ ਜੇ ਕੋਈ ਉਹ ਮੰਨਣਗੇ ਤੇ ਉਹ ਕਹਿਣਗੇ ਕਿ ਤਿੰਨੇ ਕਾਲੇ ਕਾਨੂੰਨ ਵਾਪਸ ਲਓ। ਇਹ ਕਹਿਣਗੇ ਕਿ ਕਾਲੇ ਕਾਨੂੰਨ ਕੈਪਟਨ ਦੇ ਕਹਿਣ ਤੇ ਵਾਪਸ ਹੋਏ ਆ। ਮੈਂ ਕਿਹਾ ਯਾਰ ਤੁਹਾਡਾ ਸਿਰ ਫਿਰ ਗਿਆ। ਉਹ ਜਿਹੜੇ 500-600 ਕਿਸਾਨ ਉੱਥੇ ਸ਼ਹੀਦ ਹੋਏ ਆ, ਇੰਨੇ ਦਿਨ ਦੇ ਸਾਰੀ ਜਨਤਾ ਦੇਸ਼ ਤੇ ਵਿਦੇਸ਼ ਦੇ ਵਿੱਚ ਉਹ ਕਾਲੇ ਕਾਨੂੰਨ ਵਾਪਸ ਕਰਨ ਲਈ ਲੜ ਰਹੀ ਹੈ। ਉਹਨਾਂ ਨੂੰ ਇੱਕ ਪਾਸੇ ਰੱਖ ਕੇ
ਤੇ ਇਹ ਮੈਸੇਜ ਜਾਊਗਾ ਕਿ ਕੈਪਟਨ ਨੇ ਕਰਵਾਤੇ, ਕੈਪਟਨ ਕੋ ਕਿਹੜੀ ਤੋਪ ਆ ਵੀ ਜਿਹੜੇ ਉਹਨਾਂ ਨੇ ਕਾਲੇ ਕਾਨੂੰਨ ਵਾਪਸ ਕਰਾਤੇ। ਤੇ ਇਹ ਗੱਲਾਂ ਤੇ ਨਹੀਂ ਸੀ ਬਹੁਤੀਆਂ, ਪਰ ਲੋਕਾਂ ਦੇ ਵਿੱਚ ਇਹ ਚਰਚਾ ਛਿੜੀ ਹੋਈ ਸੀ ਸਵੇਰ ਦੀ ਵੀ ਹੁਣ ਇਹ ਦਿੱਲੀ ਚੱਲੇ, ਸ਼ਾਇਦ ਸਿੱਧਾ ਹੀ ਜਾ ਕੇ ਉਹਨਾਂ ਦੇ ਦਫ਼ਤਰ 'ਚ ਜਾਣਗੇ, ਹੋਮ ਮਿਨਿਸਟਰ ਦੇ ਅਮਿਤ ਸ਼ਾਹ ਦੇ, ਤੇ ਉੱਥੋਂ ਹੀ ਕੋਈ ਨਾ ਕੋਈ ਹੋਊਗੀ ਗੱਲ। ਜਦ ਕਿ ਖੁਦ ਚੀਫ ਮਿਨਿਸਟਰ ਸਾਹਿਬ ਕਹਿੰਦੇ ਸੀਗੇ ਕਿ ਮੈਂ ਤੇ ਕਪੂਰਥਲਾ ਹਾਊਸ ਜਾ ਰਿਹਾ, ਉਹਨੂੰ ਖਾਲੀ ਕਰਾਉਣਾ। ਹੁਣ ਪਤਾ ਨਹੀਂ ਖਾਲੀ ਕਰਾ ਕੇ ਕੋਈ ਨਵੇਂ ਉੱਥੇ ਫਰਨੀਚਰ ਫਿੱਟ ਕਰਨਾ, ਕੀ ਕਰਨਾ ਰੱਬ ਜਾਣੇ, ਕਿ ਨਵਾਂ ਘਰ ਹੁਣ ਦਿੱਲੀ ਬਣਾਉਣਾ ਜਾ ਕੇ, ਉਹ ਤੇ ਹੁਣ 1-2 ਦਿਨਾਂ 'ਚ ਬਾਅਦ 'ਚ ਪਤਾ ਲੱਗੂਗਾ। ਅਜੇ ਇਹਦੀਆਂ ਕਿਆਸ ਰਹੀਆਂ ਸੀ, ਫਿਰ ਇੱਕ ਨਵਾਂ ਚਰਚਾ ਛਿੜ ਪਈ ਕਿ ਦੇਖੋ ਜੀ ਉਹ ਅਸਲ 'ਚ ਜਿਹੜੇ ਜਾ ਰਹੇ ਆ ਉਹ 에ਅਰਪੋਰਟ ਤੇ ਜਾ ਰਹੇ ਆ, ਉੱਥੇ 에ਅਰਪੋਰਟ ਤੇ ਰਾਹੁਲ ਗਾਂਧੀ, ਸੋਨੀਆ ਗਾਂਧੀ ਸ਼ਿਮਲੇ ਵੱਲੋਂ ਆ ਗਏ ਆ, 20 ਤਰੀਕ ਦੇ ਉੱਥੇ ਸੀਗੇ। ਹੁਣ ਇਹਨਾਂ ਦੀ ਮੁਲਾਕਾਤ ਉੱਥੇ 에ਅਰਪੋਰਟ ਤੇ ਉਹ ਮਾਂ ਪੁੱਤ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਹੋ ਗਈ। ਫਿਰ ਆ ਗਈ ਖਬਰ, ਅਜੇ 2 ਮਿੰਟ ਨਹੀਂ ਹੋਏ, ਖਬਰ ਦੇਖੋ ਜੀ ਉਹਨਾਂ ਦਾ ਜਹਾਜ਼ ਤੇ ਉੱਡ ਗਿਆ ਮਾਂ ਪੁੱਤ ਦਾ, ਇਹ ਪਿੱਛੇ ਅਜੇ ਇਹ ਤੇ ਇੱਥੇ ਹੀ ਹੈਗੇ ਆ, ਇਹ ਅਲੱਗ ਦਿੱਲੀ ਜਾਣਗੇ। ਜਾਣੀ ਇੰਨੀ ਮਾਰਕੀਟ ਗਰਮ ਰਹੀ ਹੈ, ਛੋਟੀਆਂ ਗੱਲਾਂ ਥੋੜੀ ਆ। ਕਿਤੇ ਚੀਫ ਮਿਨਿਸਟਰ ਰਹਿ ਚੁੱਕੇ ਆ 9.5 ਸਾਲ, ਔਰ ਉਹਦੇ ਪਿੱਛੇ ਮੀਡੀਆ ਪਿਆ ਸਾਰਾ ਜੋਸ਼ੋ ਖਰੋਸ਼। ਅਜੇ ਇਹਦੀ ਤਪਸ਼ ਇੰਨੀ ਜ਼ਿਆਦਾ ਸੀਗੀ, ਸਾਰਾ ਟੈਂਪਰੇਚਰ ਉੱਪਰ ਨੂੰ ਚੜੀ ਜਾਂਦਾ ਸੀ, ਲੋਕਾਂ ਨੂੰ ਸਮਝ ਨਹੀਂ ਸੀ ਲੱਗਦੀ, ਲੋਕ ਪਜ਼ਲਡ ਸੀ ਕਿ ਹੋਊ ਤੇ ਕੀ ਹੋਊ। ਅਚਾਨਕ ਇੱਕ ਵੱਡਾ ਬ੍ਰੇਕਿੰਗ ਨਿਊਜ਼ ਦਾ ਰੌਲਾ ਪੈ ਗਿਆ। ਉਹ ਕੀ ਹੈ ਜੀ? ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਕਿਸੇ ਦੇ ਮੰਨਣ 'ਚ ਨਾ ਆਵੇ। ਅਸਤੀਫਾ ਕੀ ਦਿੱਤਾ ਜੀ? ਇਹ ਅਸਤੀਫਾ ਦਿੱਤਾ ਲਿਖ ਕੇ ਕਿ ਜੋ ਵੀ ਕੁਝ ਹੋ ਰਿਹਾ ਆ ਉਹ ਪੰਜਾਬ ਦੀ ਮਜ਼ਬੂਤੀ ਲਈ ਜਾਂ ਉਹਦੇ ਚੰਗੇਪਣ ਲਈ ਇਹ ਠੀਕ ਨਹੀਂ, ਕਾਫੀ ਨਹੀਂ ਹੈ ਜੋ ਕੁਝ ਹੋ ਰਿਹਾ, ਜਾਂ ਪੰਜਾਬ ਦੇ ਨਾਲ ਜੋ ਅਸੀਂ ਵਾਅਦੇ ਕੀਤੇ ਆ, ਜੋ ਕਰਨਾ ਚਾਹੁੰਦੇ ਆ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿ ਉਹਨਾਂ ਨੂੰ ਲੱਗਦਾ ਕਿ ਇਹ ਹੋ ਨਹੀਂ ਰਿਹਾ, ਜਾਂ ਇਹ ਲੱਗਦਾ ਕਿ ਹੋ ਨਹੀਂ ਸਕਦਾ, ਤੇ ਮੈਂ ਕਾਹਨੂੰ ਬਦਨਾਮ ਹੋਵਾਂ, ਅਸਤੀਫਾ ਦੇ ਦਿੱਤਾ। ਹੁਣੇ ਪਤਾ ਲੱਗਾ ਕਿ ਰਜ਼ੀਆ ਸੁਲਤਾਨਾ ਨੇ ਵੀ ਕਹਿ ਦਿੱਤਾ ਸਿੱਧੂ ਦੇ ਹੱਕ ਵਿੱਚ, ਤੇ ਸਾਰੇ ਜੇ ਦਿੱਲੀ ਵੱਲ ਨੂੰ ਆਪਣੇ ਮੈਸੇਜ ਭੇਜੇ ਜਾ ਰਹੇ ਆ। ਹੁਣ ਇਹਦੇ ਪਤਾ ਹੀ ਨਹੀਂ ਲੱਗਦਾ ਕਿ ਕਿੱਧਰ ਨੂੰ ਕੀ ਚੱਲੂਗੀ। ਪਰ ਇੱਕ ਗੱਲ ਬੜੀ ਸਾਫ਼ ਆ, 1-2 ਗੱਲਾਂ ਇਹਦੇ ਚੋਂ ਮੈਂ ਜ਼ਰੂਰ ਕਹੂੰਗਾ। ਇੱਕ ਗੱਲ ਤੇ ਚੰਗੀਆਂ ਗੱਲਾਂ ਇਹ ਹੈ, ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ 2, ਇੱਕ ਤੇ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸੀ ਨਾ, ਤੇ ਆਪਣੀ ਮਰਜ਼ੀ ਨਾਲ ਪਰਿਵਾਰ ਤੇ ਇੱਕ ਪਾਸੜੇ ਢੰਗ ਦੇ ਨਾਲ ਰਾਜ ਨੂੰ, ਪੰਜਾਬ ਦੇ ਨੂੰ ਕੈਪਟਨ ਸਾਹਿਬ ਚਲਾ ਰਹੇ ਸੀ, ਉਹਦਾ ਰਾਜ ਭਾਗ ਖਤਮ ਹੋ ਕੇ ਇੱਕ ਨਵੀਂ ਟੀਮ ਆਈ। ਕਾਫੀ ਉਠਕ ਬੈਠਕ ਸਾਹਿਬ ਦੀ ਖਿੱਚੋ ਤਾਣ ਇਹ ਹਮੇਸ਼ਾ ਹੁੰਦੀ ਆ, ਹੋਣੀ ਚਾਹੀਦੀ ਆ, ਤਾਂ ਹੀ ਤੇ ਡੈਮੋਕ੍ਰੇਸੀ ਹੋਊਗੀ। ਹਰ ਇੱਕ ਦਾ ਵਿਚਾਰ ਲਿਆ ਜਾਣਾ, ਤਾਂ ਹੀ ਤੇ ਲੋਕਤੰਤਰ ਹੋਊਗਾ। ਹੁਣ ਉੱਥੇ ਤੱਕ ਟਾਈਮ ਥੋੜਾ ਹੋਣ ਕਰਕੇ ਲੋਕਾਂ ਦੀਆਂ ਉਮੀਦਾਂ, ਕਿ ਦੂਸਰੀ ਗੱਲ ਇਹ ਹੋ ਗਈ ਕਿ ਚੰਨੀ ਸਾਹਿਬ ਦੇ ਚੀਫ ਮਿਨਿਸਟਰ ਬਣਨ ਦੇ ਨਾਲ ਲੋਕਾਂ ਨੂੰ ਬੜੀਆਂ ਖੁਸ਼ੀਆਂ ਹੋਈਆਂ, ਉਹਨਾਂ ਖੁਦ ਵੀ ਭੰਗੜੇ ਪਾਏ ਤੇ ਲੋਕਾਂ ਵੀ ਲੱਡੂ ਵੰਡੇ। ਹੁਣ ਕੰਮ ਦੀ ਗੱਲ ਹੈ, ਪਹਿਲੀ ਤਰੀਕ ਨੂੰ, 1 ਅਕਤੂਬਰ ਨੂੰ ਮੀਟਿੰਗ ਹੋਣੀ ਆ ਕੈਬਨਿਟ ਦੀ, ਤੇ 2 ਦੇ ਵਿੱਚ ਐਲਾਨ ਕੀਤੇ ਜਾਣੇ ਆ। 100 ਦਿਨ ਦਾ ਕੰਮ ਅੱਗੇ ਕੀ ਹੋਣਾ, ਪੂਰੀ ਜਿਹੜੀ ਬਿਊਰੋਕ੍ਰੇਸੀ ਆ ਉਹਨੂੰ ਜਾ ਕੇ ਕਹਿਤਾ ਕਿ ਆਪਣੇ ਆਪਣੇ ਕੰਮਾਂ ਦੀ 1-2 ਦਿਨਾਂ ਦੇ ਵਿੱਚ ਸਾਰਾ ਕੁਝ ਤਿਆਰੀ ਕਰਕੇ ਸਾਨੂੰ 1 ਤਰੀਕ ਤੱਕ ਦਿਓ, ਅਸੀਂ ਉਸ ਦੇ ਬੇਸ ਤੇ ਮੀਟਿੰਗ ਕਰਕੇ ਅੱਗੇ ਕਰਾਂਗੇ। ਜਦ ਇਹ ਸਾਰੀਆਂ ਗੱਲਾਂ ਇੱਕ ਰਸਤੇ ਤੇ ਆਉਂਦੀਆਂ ਦਿਖੀਆਂ, ਤਾਂ ਅਚਾਨਕ ਸਿੱਧੂ ਸਾਹਿਬ ਦਾ ਇੰਜ ਕਹਿ ਕੇ ਇੱਕ ਨਵਾਂ ਤੂਫਾਨ ਖੜਾ ਕਰ ਦੇਣਾ, ਇਹ ਸੁਖਵਿੰਦਰ ਜੀ ਕਾਫੀ ਲੋਕਾਂ ਨੂੰ ਇਹਦਾ ਮਿਕਸਡ ਰਿਐਕਸ਼ਨ ਹੈ। ਲੋਕ ਇਸ ਗੱਲ ਤੋਂ ਦੁਖੀ ਵੀ ਹੋਏ ਆ, ਲੋਕਾਂ ਨੂੰ ਨਿਰਾਸ਼ਾ ਵੀ ਹੋਈ ਆ। ਕਾਂਗਰਸ ਦੇ ਵਰਕਰ ਆਪ ਜਿਹੜਾ ਜੋਸ਼ ਭਰਿਆ ਸੀ ਉਹਨਾਂ 'ਚ, ਉਹ ਖੁਦ ਬੜੇ ਨਿਰਾਸ਼ ਹੋ ਰਹੇ ਆ ਕਿ ਇਹ ਹੋ ਰਿਹਾ, ਇਹ ਬੱਚਿਆਂ ਦੀ ਖੇਲ ਆ, ਇਹ ਪੰਜਾਬ ਦੀ ਕਾਂਗਰਸ ਦੀ ਪ੍ਰਧਾਨਗੀ ਦੀ ਗੱਲ ਆ। ਤੁਸੀਂ ਬਿਨਾਂ ਗੱਲ ਦੱਸਿਆ ਫੜਕ ਦੇਣੀ, ਜੇ ਇੰਜ ਅਸਤੀਫੇ ਦੇਣ ਲੱਗੋਗੇ, ਇਹ ਤਾਂ ਕੋਈ ਬਹੁਤੀ ਫਿਰ ਗੱਲ ਹੋਈ ਨਹੀਂ। ਲੋਕ ਕਿਵੇਂ ਭਰੋਸਾ ਕਰਕੇ ਚੱਲਣਗੇ? ਇਸ ਤਰ੍ਹਾਂ ਤੁਸੀਂ ਅਸਤੀਫੇ ਦੇਈਦੇ ਆ, ਤੇ ਉਹ ਖੁਦ ਬੜੇ ਪਜ਼ਲਡ ਹੈਗੇ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ। 605 ਦੇ ਵਿੱਚ ਆ ਕਾਂਗਰਸ ਵਰਕਰ, ਯੂਥ ਪਾਰਟੀ ਸਾਰੀ, ਇਹ ਹੋਇਆ ਤੇ ਕੀ ਹੋਇਆ? ਰਜ਼ੀਆ ਸੁਲਤਾਨਾ ਨੇ ਬਲਦੀ ਤੇ ਹੋਰ ਤੇਲ ਪਾਤਾ, ਅਜੇ ਪਹਿਲੀ ਬੁੱਝੀ ਨਹੀਂ ਸੀ ਆਪਣਾ ਰੈਜ਼ਿਗਨੇਸ਼ਨ ਦੱਸ ਕੇ ਮਿਨਿਸਟਰੀ ਤੋਂ। ਇਸ ਲਈ ਇਸ ਕਰਕੇ ਸਾਰਾ ਜੋ ਚਰਨਿੰਗ ਹੋ ਰਹੀ ਹੈ, ਉਸ ਨੂੰ ਬੜੀ ਨਜ਼ਦੀਕ ਤੋਂ ਸਾਰਾ ਸੁਖਵਿੰਦਰ ਮੀਡੀਆ ਦੇਖ ਰਿਹਾ। ਇਹ ਜਿਹੜੀ ਰਿਜ਼ਾਈਨ ਦੇਣਾ, ਇਹ ਤੇ ਲੋਕਾਂ ਨੂੰ, ਆਮ ਜਨਤਾ ਨੂੰ ਵੀ, ਵੋਟਰਾਂ ਨੂੰ ਵੀ, ਕਾਂਗਰਸ ਦੇ ਵਰਕਰਾਂ ਨੂੰ ਵੀ ਨਿਰਾਸ਼ਾ ਦੇ ਆਲਮ 'ਚ ਧੱਕਣ ਵਾਲੀ ਗੱਲ ਆ। ਕਾਰਨ ਇਹ ਨਹੀਂ ਕਿ ਕੋਈ ਹੋਰ ਨਵਜੋਤ ਸਿੱਧੂ ਨਾਲੋਂ ਵਧੀਆ ਕੋਈ ਬੰਦਾ ਪ੍ਰਧਾਨ ਨਹੀਂ ਮਿਲ ਸਕਦਾ।
ਟਾਈਮ ਇਹੋ ਜਿਹਾ ਸੀਗਾ ਕਿ ਜਿਹਦੇ ਵਿੱਚ ਜਦੋਂ ਮਾੜੀ ਜਿਹੀ ਉਮੀਦ ਬਣੀ ਕਿ ਹੁਣ ਕੁਝ ਕੰਮ ਲੋਕਾਂ ਦੇ ਹੋਣਗੇ, ਇਹੋ ਜਿਹੀ ਪਸੂੜੀ ਪਾ ਦੇਣੀ, ਇਹ ਤੇ ਖੀਰ ਪਕਾ ਕੇ ਉੱਤੇ ਸਵਾਦ ਦੀ ਚੁਟਕੀ ਸੁੱਟਣ ਵਾਂਗੂ ਲੋਕਾਂ ਦੀ ਬੇਸਵਾਦਗੀ ਹੋਈ ਹੈ। ਇਸ ਨੂੰ ਜਿੰਨਾ ਛੇਤੀ ਸੁਧਾਰ ਲਿਆ ਜਾਊਗਾ, ਸੁਧਾਰ ਦਾ ਮਤਲਬ ਇਹ ਨਹੀਂ ਕਿ ਸਿੱਧੂ ਸਾਹਿਬ ਹੀ ਦੁਬਾਰਾ ਬਣਨਗੇ ਜਾਂ ਕੋਈ ਵੀ ਇਹਦਾ ਹੱਲ ਕੀਤਾ ਜਾਊਗਾ, ਉਨੀ ਛੇਤੀ ਸਰਕਾਰ ਦਾ ਧਿਆਨ, ਕਿਉਂਕਿ ਕਾਂਗਰਸ ਪਾਰਟੀ ਦੀ ਹੀ ਸਰਕਾਰ ਆ, ਉਹ ਆਪਣੇ ਕੰਮਾਂ ਤੇ ਲੱਗੂਗਾ, ਨਾ ਕਿ ਆਪਾਂ ਪ੍ਰਧਾਨ ਕਿੱਥੋਂ ਲੱਭਣਾ, ਪ੍ਰਧਾਨ ਨੂੰ ਕਿਵੇਂ ਮਨਾਉਣਾ ਤੇ ਰੁੱਸੇ ਹੋਏ ਮਾਈ ਨੂੰ ਕਿਵੇਂ ਮਨਾਈਦਾ, ਉਹਦੇ ਗਾਣੇ ਗਾਉਣੇ, ਇਹ ਕਿਸ ਤਰ੍ਹਾਂ ਚੱਲਣਾ ਆ। ਇਹ ਇਹਦੇ ਬਾਰੇ ਇੱਕ ਪਾਸੇ ਕਰਕੇ ਤਾਂ ਆਪਾਂ ਜਿਹੜੀ ਸਾਰੀ ਸਰਕਾਰ ਆ, ਕੈਬਨਿਟ ਨਵੀਂ ਆ, ਉਧਰ ਨੂੰ ਧਿਆਨ ਲੋਕਾਂ ਦਾ ਕਿਵੇਂ ਜਾਣਾ, ਉਹਦੇ ਲਈ ਚਿੰਤਤ ਹੋਣਾ ਚਾਹੀਦਾ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ। ਪਰ ਪ੍ਰੋਫੈਸਰ ਸਾਹਿਬ, ਜਦੋਂ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ ਜਿਹੜੇ ਨਵਜੋਤ ਸਿੱਧੂ ਨੇ ਚੁੱਕੇ, ਬਿਜਲੀ ਦਾ ਸਮਝੌਤੇ ਹੋ ਗਏ ਜਾਂ ਮਾਈਨਿੰਗ ਨੂੰ ਲੈ ਕੇ ਹੋ ਗਿਆ, ਨਸ਼ਿਆਂ ਨੂੰ ਲੈ ਕੇ ਹੋ ਗਿਆ, ਮਾਫੀਏ ਨੂੰ ਲੈ ਕੇ, ਓਵਰਆਲ ਮਾਫੀਆ, ਕੀ ਇਹਨਾਂ ਮੁੱਦਿਆਂ ਦੀ ਗੰਭੀਰਤਾ ਨੂੰ ਹਾਈ ਕਮਾਂਡ ਸਮਝ ਨਹੀਂ ਸਕੀ? ਜੋ ਉਹਨਾਂ ਨੇ ਸਾਰਾ ਕੁਝ, ਕਹਿੰਦੇ ਕਿ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਅਨੁਸੂਚਿਤ ਜਾਤੀ ਦਾ ਪੱਤਾ ਖੇਡ ਕੇ ਤੇ ਉਹਨਾਂ ਨੇ ਆਪਣੇ ਕਲਾਵੇ ਚ ਲੈਣ ਦੀ ਕੋਸ਼ਿਸ਼ ਕੀਤੀ ਕਿ ਸਾਰਾ ਕੁਝ ਠੀਕ ਹੈ, ਹੁਣ ਲੋਕ ਜਿਹੜਾ ਇਸੇ ਮਗਰ ਲੱਗ ਜਾਣਗੇ। ਪਰ ਗੱਲ ਸਿੱਧੂ ਸਾਹਿਬ ਕਹਿੰਦੇ ਕਿਵੇਂ ਲੋਕਾਂ ਵਿੱਚ ਜਾਂਦੇ, ਕਿਵੇਂ ਵਿਚਰਦੇ, ਉਹਨਾਂ ਮੁੱਦਿਆਂ ਦੇ ਉੱਤੇ ਸਟੈਂਡ ਕੀ, ਏਜੀ ਦਾ ਲਾਉਣਾ, ਡੀਜੀਪੀ ਦਾ ਲਾਉਣਾ, ਹੋਰ ਵੀ ਅੱਗੋਂ ਜਿਹੜੇ ਫੈਸਲੇ ਕੈਬਨਿਟ ਦੇ ਵਿੱਚ ਕੁਝ ਇਹੋ ਜਿਹੇ ਮੰਤਰੀਆਂ ਨੂੰ ਐਡ ਕਰਨਾ, ਇਹ ਸਾਰਾ ਕੁਝ ਕਹਿੰਦੇ ਸਿੱਧੂ ਸਾਹਿਬ ਚਾਹੁੰਦੇ ਸੀ ਕਿ ਉਹਨਾਂ ਦੇ ਮੁਤਾਬਕ ਜੇ ਮੁੱਦਿਆਂ ਦੇ ਉੱਤੇ ਸਰਕਾਰ ਚੱਲੇਗੀ ਤਾਂ ਜਿਵੇਂ ਉਹ ਪਹਿਲਾਂ ਆਪ ਹੀ ਕਹਿੰਦੇ ਰਹੇ ਨੇ ਕਿ 20-25 ਸਾਲ ਦਾ ਰਾਜ ਆ ਜਾਏਗਾ, ਨਹੀਂ ਤਾਂ ਇੱਟ ਨਾਲ ਇੱਟ ਖੜਕ ਜਾਏਗੀ, ਤੇ ਉਹ ਖੜਕ ਗਈ। ਕਿ ਮੁੱਦਿਆਂ ਦੀ ਗੰਭੀਰਤਾ ਨੂੰ ਨਹੀਂ ਸਮਝਣਾ ਚਾਹੀਦਾ ਹਾਈ ਕਮਾਂਡ ਨੂੰ? ਸੁਖਵਿੰਦਰ, ਇਹ ਗੱਲ ਤੇ ਸੈਟਲ ਹੋ ਗਈ ਸੀ ਕਿ ਆਉਣ ਵਾਲੀਆਂ ਚੋਣਾਂ ਦੇ ਦੋਵੇਂ ਚਿਹਰੇ ਹੋਣਗੇ, ਚੰਨੀ ਸਾਹਿਬ ਵੀ ਤੇ ਸਿੱਧੂ ਸਾਹਿਬ ਵੀ। ਜਦ ਇਹ ਗੱਲ ਫੈਸਲਾ ਹੀ ਹੋ ਗਿਆ ਤਾਂ ਫਿਰ ਬਹੁਤੇ ਫੈਸਲੇ ਦੋਵਾਂ ਨੂੰ ਆਪਸੀ ਸਮਝੌਤੇ, ਆਪਸੀ ਸਲਾਹ ਨਾਲ ਲੈਣੇ ਚਾਹੀਦੇ ਸੀ। ਸਾਨੂੰ ਬਾਹਰ ਪ੍ਰਭਾਵ ਇਹ ਹੈਗਾ ਕਿ ਚੰਨੀ ਸਾਹਿਬ ਦੇ ਚੁਣੇ ਜਾਣ ਤੱਕ ਤਾਂ ਸਾਰੇ ਲੋਕ ਇਕੱਠੇ ਸੀ, ਜਿਹੜਾ ਬਾਗੀ ਧੜਾ ਸੀ, ਜਿਨ੍ਹਾਂ ਨੇ ਕੈਪਟਨ ਨੂੰ ਚਿੱਤ ਕੀਤਾ, ਕੁਰਸੀ ਤੋਂ ਲਾਇਆ, ਉਦੋਂ ਤੱਕ ਉਹਨਾਂ ਨੇ ਬਹਿਸਮ ਬਹਿਸਾ ਕਰਕੇ ਤੇ ਇੱਥੇ ਸਹਿਮਤੀ ਪ੍ਰਗਟ ਕਰ ਲਈ। 2 ਉਪ ਮੁੱਖ ਮੰਤਰੀਆਂ ਤੇ ਵੀ ਹੋ ਗਈ। ਪਰ ਬਾਅਦ ਵਿੱਚ ਜਿਹੜੀ ਕੈਬਨਿਟ ਚੁਣੀ ਜਾਣੀ ਸੀ, ਫਿਰ ਹੋਰ ਏਜੀ ਜਾਂ ਡੀਜੀਪੀ ਜਾਂ ਹੋਰ ਸਾਰੇ ਜਿਹੜੇ ਅਹੁਦਿਆਂ ਦੇ ਉੱਤੇ ਕੋਈ ਤਾਇਨਾਤ ਕਰਨੇ ਸੀ ਬੰਦੇ, ਜਾਂ ਈਵਨ ਪੋਰਟਫੋਲੀਓ ਦੇਣੇ ਸੀ, ਉਹਦੇ ਵਿੱਚ ਸਾਨੂੰ ਇੰਜ ਲੱਗਦਾ ਹੌਲੀ ਹੌਲੀ ਗੱਲ ਬਾਹਰ ਆ ਜੂਗੀ ਕਿ ਸਿੱਧੂ ਸਾਹਿਬ ਦਾ ਜੋ ਉਹ ਸਮਝਦੇ ਆ ਕਿ ਉਹਦੇ ਵਿੱਚ ਉਹਨਾਂ ਦਾ ਯੋਗਦਾਨ, ਸਲਾਹ ਮਸ਼ਵਰਾ ਹੋਣਾ ਚਾਹੀਦਾ, ਉਹ ਸ਼ਾਇਦ ਨਾ ਲਿਆ ਗਿਆ ਹੋਵੇ। ਨਹੀਂ ਤੇ ਐਡੀ ਵੱਡੀ ਗੱਲ, ਐਡਾ ਵੱਡਾ ਫੈਸਲਾ ਲੈਣਾ, ਉਹ ਕੋਈ ਛੋਟੀ ਜੀ ਗੱਲ ਤੋਂ ਤੇ ਲਿਆ ਨਹੀਂ ਜਾਂਦਾ ਕਿ ਕਿਸੇ ਨੂੰ ਛਿੱਕ ਆ ਗਈ ਤੇ ਇਹੋ ਜਿਹਾ ਫੈਸਲਾ ਲੈ ਲਿਆ। ਉਹ ਕਾਫੀ 1 2 3 4 ਚੀਜ਼ਾਂ ਉਹਨਾਂ ਨੇ ਲਗਾਤਾਰ ਦੇਖੀਆਂ ਹੋਣਗੀਆਂ ਤੇ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਗੱਲ ਜਿੱਧਰ ਨੂੰ ਇਹ ਸਰਕਾਰ ਨੂੰ ਚਲਾਉਣਾ ਚਾਹੁੰਦੇ ਸੀ, ਉਧਰ ਨੂੰ ਚੱਲਣ ਦੀ ਬਜਾਏ ਇਹ ਦੂਜੇ ਪਾਸੇ ਸੱਤਾ ਦੇ ਵਿੱਚ ਦੁਬਾਰਾ ਸੱਤਾ ਤੇ ਇਹਨੂੰ ਕਿਵੇਂ ਮਜ਼ਬੂਤ ਕਰ, ਇਹਨੂੰ ਮਜ਼ਬੂਤੀ ਨਾਲ ਇਹਦੇ ਉੱਤੇ ਗ੍ਰਿਪ ਕਿਵੇਂ ਕਮਜ਼ੋਰ ਕਰਨ, ਤਕੜਾ ਕਰਨਾ। ਜਿਹੜੇ ਕਿ ਬੰਦੇ ਇਸ ਵੇਲੇ ਸੱਤਾ 'ਚ ਬੈਠੇ, ਇਹਨਾਂ ਨੂੰ ਲੱਗਦਾ ਹੋਊਗਾ ਕਿ ਸੱਤਾ ਦੇ ਕਬਜ਼ੇ ਦੀ ਲੜਾਈ ਜ਼ਿਆਦਾ ਭਾਰੀ ਹੁੰਦੀ ਜਾਂਦੀ ਹੈ ਤੇ ਮੁੱਦਿਆਂ ਲਈ ਲੜਾਈ ਸਰਕਾਰ ਵੱਲੋਂ ਜਾਂ ਪਾਰਟੀ ਵੱਲੋਂ ਉਹ ਹੌਲੀ ਹੌਲੀ ਦਰਕਨਾਰ ਹੁੰਦੀ ਹੈ, ਜਿਸ ਕਰਕੇ ਉਹਨਾਂ ਨੇ ਇਹ ਐਡਾ ਵੱਡਾ ਕਦਮ ਲਿਆ। ਕਾਂ ਤੋਂ ਮੇਰਾ ਤੇ ਖਿਆਲ ਇਹਦਾ ਮਸਲੇ ਦਾ ਹੱਲ ਤੇ ਇਹੀ ਹੈ। ਦੇਖੋ, ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਸੁਖਵਿੰਦਰ, ਅਸੀਂ ਸਾਰੇ ਇਹ ਪਿਛਲੇ 18 ਜੁਲਾਈ ਨੂੰ ਹੀ ਤੇ ਲੱਗੇ, ਅਜੇ 2.5 ਮਹੀਨੇ ਤੇ ਪ੍ਰਧਾਨ ਬਣੇ ਨੂੰ ਹੋਏ ਆ। ਇਸੇ ਸਮੇਂ ਦੇ ਦੌਰਾਨ ਏਡੇ ਵੱਡੇ ਇੱਕ ਰਾਜੇ ਦੇ ਜਿਹੜੇ ਰੂਪ 'ਚ ਰਹਿ ਰਹੇ ਸੀ, ਕੋਈ ਉਹਨਾਂ ਨੂੰ ਮਹਾਰਾਜਾ ਕਹਿੰਦਾ ਸੀ, ਉਹਨਾਂ ਦੀ ਕੁਰਸੀ ਤੋਂ ਥੱਲੇ ਲਾ ਕੇ ਰੱਖ ਦੇਣਾ ਔਰ ਨਵਾਂ ਚੀਫ ਮਿਨਿਸਟਰ ਬਣਾ ਦੇਣਾ 2.5 ਮਹੀਨਿਆਂ 'ਚ, ਇਹਦੇ ਵਿੱਚ ਜੇ ਤੁਸੀਂ ਇਸ ਨੂੰ ਕਰੋ, ਅੰਡਰਮਾਈਨ ਕਰੋ ਕਿ ਦੇਖੋ ਜੀ ਸਿੱਧੂ ਦਾ ਕੋਈ ਰੋਲ ਨਹੀਂ ਹੈ ਤੇ ਬਾਕੀ ਦਿਆਂ ਦਾ ਹੀ ਰੋਲ ਸੀ, ਜਾਂ ਬਾਕੀ ਸਾਰੇ ਬਾਗੀਆਂ ਦਾ, ਸਾਰਿਆਂ ਦਾ ਰੋਲ ਸੀ, ਪਰ ਉਹਦੇ 'ਚ ਮੁੱਖ ਅਹਿਮ ਭੂਮਿਕਾ ਕੁਝ ਕੁ ਬੰਦਿਆਂ ਦੀ ਸੀ, ਜਿਹਦੇ ਵਿੱਚ ਪ੍ਰਗਟ ਸਿੰਘ ਤੇ ਸਿੱਧੂ ਦੀ ਜੋੜੀ ਦਾ ਕਾਫੀ ਅਹਿਮ ਭੂਮਿਕਾ ਸੀ, ਹੋਰਨਾਂ ਦੀ ਵੀ ਸੀ, ਪਰ ਇਹਨਾਂ ਦੀ ਅਹਿਮ। ਜਿਸ ਤਰੀਕੇ ਨਾਲ ਬੁਲੰਦੀ ਨਾਲ, ਧੜੱਲੇ ਦੇ ਨਾਲ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਵੱਡੀਆਂ ਵੱਡੀਆਂ, ਆਹ ਮੈਂ ਦੱਸਾਂ, ਆਹ ਕਹਿੰਦਾ, ਇਸ ਤਰ੍ਹਾਂ ਹੀ ਪ੍ਰਗਟ ਸਿੰਘ ਲਗਾਤਾਰ 2-2.5 ਸਾਲ ਲੱਗੇ ਰਹੇ। ਹੁਣ ਇਹ ਜੇ ਇਸ ਤਰੀਕੇ ਨਾਲ ਸਾਰੀ ਲੜਾਈ ਸਾਂਝੇ ਤੌਰ ਤੇ ਜਿੱਤੀ ਹੈ ਤੇ ਫਿਰ ਬਾਅਦ ਦੇ ਜਿਹੜੇ ਫੈਸਲੇ ਆ ਫਿਊਚਰ ਦੇ, ਕਿ ਇੱਥੇ ਦੀ ਪੋਲਿਟਿਕਸ ਕਿਹੋ ਜਿਹੀ ਹੋਵੇ, ਕਾਂਗਰਸ ਦੀ ਰੂਪਰੇਖਾ ਕਿਹੋ ਜਿਹੀ ਹੋਵੇ। ਹੁਣ ਇੱਕ ਪਾਸੇ ਤੇ ਕਨ੍ਹਈਆ ਕੁਮਾਰ ਤੇ ਮਿਮਾਨੀ ਗੁਜਰਾਤ ਤੋਂ,
ਉਹ ਕਾਂਗਰਸ ਦੇ ਵਿੱਚ ਜੁਆਇਨ ਕਰ ਰਿਹਾ ਨੌਜਵਾਨ ਜਗਨੇਸ਼ ਮਹਿਮਾਨੀ, ਹੈ ਨਾ। ਔਰ ਜੀ ਦੂਜੇ ਪਾਸੇ ਉਹ ਕਨਈਆ ਕੁਮਾਰ ਆਪਾਂ ਇੱਕ ਵੱਡਾ ਓਰੇਟਰ ਹੈਗਾ, ਜੀਐਨਯੂ ਦਾ ਪੜ੍ਹਿਆ, PhD ਸਕਾਲਰ ਹੈਗਾ, ਚੰਗਾ ਮੁੰਡਾ, ਤਾਂ ਆਪਾਂ ਸਾਰੇ ਜਾਣਦੇ, ਇੱਥੇ ਨੌਜਵਾਨਾਂ ਦਾ ਬੜਾ ਹੀਰੋ ਹੈ। ਦੂਜੇ ਸਰ। ਪਾਸੇ ਇੱਥੇ ਅਸੀਂ ਕੁੱਕੜ ਖੇ ਉਡਾਉਣੀ ਸ਼ੁਰੂ ਕਰਤੀ ਹੈ। ਇਸ ਨੂੰ ਕਿਸੇ ਵੀ ਤਰੀਕੇ ਨਾਲ ਕਾਂਗਰਸ ਨੂੰ ਆਪਣੇ ਜੋ ਵੀ ਕਿਸੇ ਦੇ ਗਿਲੇ ਸ਼ਿਕਵੇ ਕੋਈ ਹੈਗੇ ਕਿੰਤੂ ਪਰੰਤੂ ਉਹਨੂੰ ਦੂਰ ਕਰਕੇ ਤੇ ਇੱਥੇ ਇੱਕ ਸਮੂਦਨ ਕਰਨਾ ਚਾਹੀਦਾ, ਤਾਂ ਕਿ ਜਿੰਨਾ ਵੀ ਬਾਕੀ ਟਾਈਮ ਬਚਿਆ ਉਹਦੇ ਚ ਲੋਕਾਂ ਦਾ ਕੋਈ ਮਸਲੇ ਤੇ ਮੁੱਖ ਤੌਰ ਤੇ ਮੇਜਰ ਮਸਲੇ ਜਿਹੜੇ ਹੱਲ ਹੋਣੇ ਚਾਹੀਦੇ ਆ। ਇਸ ਗੱਲ ਦੀ ਉਮੀਦ ਲਾਈ ਬੈਠੇ ਆ, ਇਸ ਲਈ ਤੇ ਜਿੰਨਾ ਛੇਤੀ ਹੋ ਜਾਊਗਾ ਉਹਨਾਂ ਠੀਕ ਹੈ। ਪਰ ਜੇ ਅੱਜ ਦੀ ਸਰਕਾਰ ਇਹ ਸਮਝੇ ਵੀ ਸਰਕਾਰ ਤੇ ਸਰਕਾਰ ਆ, ਹੁਣ ਸਿੱਧੂ ਦੀ ਕੀ ਲੋੜ ਆ, ਹੁਣ ਸਾਡੇ ਸਰਕਾਰ ਤੇ ਹੱਥ 'ਚ ਪੈਰ ਥੱਲੇ ਬਟੇਰਾ ਆ ਹੀ ਗਿਆ, ਇੰਜ ਨਹੀਂ ਕਰਨਾ ਚਾਹੀਦਾ। ਨਾ ਸਿੱਧੂ ਕਦੀ ਇਹੋ ਜਿਹਾ ਬੰਦਾ ਕਿ ਛੇਤੀ ਛੇਤੀ ਉਸ ਨੂੰ ਤੁਸੀਂ ਮਨਾ ਲਓਗੇ ਜਾਂ ਇੱਕ ਪਾਸੇ ਕਰਕੇ ਦਰਕਨਾਰ ਕਰਕੇ ਉਹਨੂੰ ਝੁਕਾ ਲਓਗੇ। ਉਹ ਕਾਫੀ ਹਾਰਡ ਐਂਡ ਸਟੀਲ ਟਾਈਪ ਬੰਦੇ ਹੈਗੇ ਆ, ਜਿਹਦਾ ਕਈ ਵਾਰੀ ਫਾਇਦਾ ਵੀ ਆ ਤੇ ਬਹੁਤੀ ਵਾਰੀ ਨੁਕਸਾਨ ਵੀ ਹੁੰਦਾ, ਕਿਉਂਕਿ ਜਿਹੜਾ ਲਚਕਦਾਰ ਸਟੀਲ ਆ ਉਹ ਤੇ ਝੁਕ ਜਾਂਦਾ ਤੇ ਬਚੀ ਰਹਿੰਦੀ, ਬਿਲਡਿੰਗ ਵੀ ਬਚੀ ਰਹਿੰਦੀ ਆ। ਹਾਰਡ ਐਂਡ ਸਟੀਲ ਜਿਹੜਾ ਇੱਕਦਮ ਬ੍ਰਿਟਲ ਹੁੰਦਾ, ਟੁੱਟ ਜਾਂਦਾ। ਉਹਦੇ ਤੋਂ ਥੋੜਾ ਜਿਹਾ ਸਿੱਧੂ ਸਾਹਿਬ ਨੂੰ ਵੀ ਸਿੱਖਣ ਦੀ ਲੋੜ ਆ ਕਿ ਯੁਕਤ ਰਾਜਨੀਤੀ 'ਚ ਜ਼ਿਆਦਾ ਜ਼ਰੂਰੀ ਹੈ, ਬਸ਼ਰਤੇ ਕਿ ਆਪਾਂ ਸਿੱਧਾ ਹੀ ਰੋਜ਼ ਸਟੇਜਾਂ ਤੇ ਵੰਗਾਰੀ ਚੱਲੀਏ। ਇਹ ਵੀ ਇੱਕ ਜ਼ਰੂਰੀ ਹੈ ਕਿ ਆਪਾਂ ਜਿਹੜੀ ਡਿਪਲੋਮੇਸੀ ਆ, ਯੁਕਤ ਆ, ਸਕੀਮ ਆ, ਟੈਕਟਿਸ ਆ, ਇਹ ਜਿਹੜੀ ਬੜੀ ਅਹਿਮ ਭੂਮਿਕਾ ਨਿਭਾਉਂਦੇ ਆ ਰਾਜਨੀਤੀ 'ਚ। ਔਰ ਸਭ ਤੋਂ ਵੱਧ ਸਹਿਜ ਪਲੈਨਿੰਗ, ਇਹ ਸਾਰੀਆਂ ਚੀਜ਼ਾਂ ਮੈਨੂੰ ਬੜਾ ਅਫਸੋਸ ਹੁੰਦਾ ਜਦੋਂ ਮੈਂ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਇਹ ਸਾਰੀਆਂ ਗੱਲਾਂ ਪੋਲੀਟੀਸ਼ੀਅਨਾਂ ਨੂੰ ਪਤਾ ਹੁੰਦੀਆਂ, ਪਰ ਜੋ ਅਸੀਂ ਬਾਹਰ ਬੈਠੇ ਮਹਿਸੂਸ ਕਰ ਰਹੇ ਹਾਂ ਕਿ ਅੱਜ ਉਹਨਾਂ ਦੀ ਘਾਟ ਲੱਗ ਰਹੀ ਹੈ, ਉਸ ਨੂੰ ਦੂਰ ਕਰਕੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਨਵਾਂ ਗੱਡਾ ਬੰਨਿਆ ਇਹਨੂੰ ਧੱਕਾ ਲਾ ਕੇ ਚਲਾਉਣਾ ਚਾਹੀਦਾ, ਨਹੀਂ ਤੇ ਭੱਠਾ ਤੇ ਪਹਿਲਾਂ ਬੈਠਾ ਹੀ ਆ ਪੰਜਾਬ ਦਾ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ, ਗੱਲ ਤੁਹਾਡੀ ਸਹੀ ਹੈ। ਅਖੀਰ ਚ ਕਿਹਾ ਕਿ ਪੰਜਾਬ ਦਾ ਭੱਠਾ ਬੈਠਾ। ਨਵਜੋਤ ਸਿੱਧੂ ਵੀ ਇਸ ਗੱਲ ਨੂੰ ਸਮਝਦੇ ਨੇ, ਪਰ ਵਾਰ-ਵਾਰ ਕੇਂਦਰ ਦੇ ਵੱਲ ਨੂੰ ਜਾਣਾ ਜਾਂ ਕਾਂਗਰਸ ਦੇ ਵਿੱਚ ਰਹਿ ਕੇ ਪੰਜਾਬ ਦੀ ਗੱਲ ਕਰਨੀ, ਉਹੀ ਕਾਂਗਰਸ ਹੈ ਜਿਹਦੇ ਤੇ ਸਵਾਲ ਉੱਠਦੇ ਨੇ। ਕੇਂਦਰ ਵਿੱਚ ਰਹਿੰਦੇ ਆ ਪੰਜਾਬ ਨਾਲ ਕਿੱਦਾਂ ਦਾ ਸਲੂਕ ਕੀਤਾ ਹੈ, ਉਹੀ ਕੇਂਦਰੀ ਪਾਰਟੀਆਂ ਨੇ। ਸਿੱਧੂ ਸਾਹਿਬ ਅਖੀਰ ਵਿੱਚ ਕਹਿੰਦੇ ਨੇ ਕਿ ਸਮਝੌਤਾ, ਜੇ ਪਹਿਲਾਂ ਸ਼ੁਰੂ ਚ ਕਹਿੰਦੇ ਨੇ ਕਿ ਸਮਝੌਤਾ ਨਹੀਂ ਕੀਤਾ ਜਾ ਸਕਦਾ, ਫਿਰ ਅਖੀਰ ਚ ਕਹਿੰਦੇ ਨੇ ਕਿ ਮੈਂ ਕਾਂਗਰਸ ਦੇ ਨਾਲ ਹੀ ਰਵਾਂਗਾ, ਕਾਂਗਰਸ ਦੇ ਵਿੱਚ ਹੀ ਰਵਾਂਗਾ। ਤੇ ਤੁਹਾਨੂੰ ਪਤਾ ਸਿਆਸਤ ਜਿਹੜੀ ਆ ਉਹ ਜੇ ਪੰਜਾਬ ਪੱਖੀ ਤੁਸੀਂ ਕਰਨੀ ਹੈ ਤਾਂ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਉਭਾਰ ਸਕਦੀ ਹੈ। ਕਿਸੇ ਵੀ ਸੂਬੇ ਦੀ ਗੱਲ ਹੋਵੇ, ਜੇ ਤ੍ਰਿਣਮੂਲ ਕਾਂਗਰਸ ਦੀ ਅਸੀਂ ਗੱਲ ਕਰਦੇ ਹਾਂ, ਉਹ ਵੀ ਵੱਖ ਹੋ ਕੇ ਮਮਤਾ ਬਨਰਜੀ ਨੇ ਉਸ ਚੀਜ਼ ਨੂੰ ਉਭਾਰਿਆ ਤੇ ਲੋਕਾਂ 'ਚ ਹਰਮਨ ਪਿਆਰੀ ਬਣੀ। ਕਿ ਸਿੱਧੂ ਸਾਹਿਬ ਨੂੰ ਚਾਹੀਦਾ ਨਹੀਂ ਕਿ ਉਸ ਪਾਸੇ ਵੱਲ ਨੂੰ ਵਧਣ, ਹੁਣ ਬਹੁਤ ਹੋ ਗਿਆ ਕੇਂਦਰੀ ਪਾਰਟੀ ਦੇ ਅੱਖਾਂ ਵੱਲ ਝਾਕਣਾ। ਜੇ ਉਹ ਫੇਰ ਤੁਹਾਨੂੰ ਵਾਪਸ ਲੈ ਲੈਣਗੇ ਜਾਂ ਫੇਰ ਪ੍ਰਧਾਨਗੀ ਤੇ ਤੁਸੀਂ ਅਸਤੀਫਾ ਕਬੂਲ ਨਹੀਂ ਕਰਦੇ ਰਹਿ ਜਾਓਗੇ, ਫੇਰ ਉਹੀ ਗੱਲਾਂ ਹੋਣਗੀਆਂ, ਫੇਰ ਤੁਹਾਨੂੰ ਦਿੱਲੀ ਦਰਬਾਰ 'ਚ ਹਾਜ਼ਰੀਆਂ ਲਗਵਾਉਣੀਆਂ ਪੈਣਗੀਆਂ। ਦੇਖੋ ਬਾਕੀ ਗੱਲਾਂ ਤੇ ਬਾਅਦ ਦੀਆਂ ਜਦੋਂ ਆਉਣਗੀਆਂ ਉਦੋਂ ਅਸੀਂ ਉਹਨਾਂ ਨੂੰ ਦੇਖ ਲਾਂਗੇ। ਅੱਜ ਦੀ ਘੜੀ 'ਚ ਜ਼ਰੂਰੀ ਇਹ ਹੈਗਾ ਕਿ ਆਪਾਂ ਇਹ ਵੀ ਨਾ ਕਹੀਏ, ਅੱਜ ਦੀ ਘੜੀ 'ਚ ਜ਼ਰੂਰੀ ਸੁਖਵਿੰਦਰ ਇੰਨਾ ਹੀ ਆ ਕਿ ਇਹਨਾਂ ਨੂੰ ਘੱਟੋ ਘੱਟ 1 ਮਹੀਨਾ ਤੇ ਪਰਖ ਲਈਏ, ਫਿਰ 2 ਮਹੀਨੇ ਅਸੀਂ ਇਹਨਾਂ ਨੂੰ ਖਦੇੜਨ ਤੇ ਵੀ ਲਾ ਸਕਦੇ ਹਾਂ। ਪਰ ਇਹ ਗੱਲ ਤੇ ਧੱਕਾ ਹੋਊਗਾ। ਪੰਜਾਬ ਨੇ ਇੰਨਾ ਖਰਚਾ ਕੀਤਾ ਹੁੰਦਾ ਸਰਕਾਰ ਬਣਾਉਣ ਲਈ, ਹੈ ਨਾ। ਇੱਕ 5 ਸਾਲ ਦੀ ਟਰਮ ਆ, ਉਹ ਪੂਰੀ ਹੋਣੀ ਚਾਹੀਦੀ ਹੈ। ਕੋਈ ਰਾਸ਼ਟਰਪਤੀ ਰਾਜ ਲੱਗੇ, ਕੋਈ ਰੌਲਾ ਪੈ ਜੇ, ਕੀ ਪੈ ਜੇ, ਕੀ ਫਾਇਦਾ ਹੋ? ਨਾ ਵਿਰੋਧੀ ਪਾਰਟੀਆਂ ਨੂੰ ਫਾਇਦਾ ਹੋਊਗਾ, ਨਾ ਰੂਲਿੰਗ ਨੂੰ ਫਾਇਦਾ, ਪੰਜਾਬ ਨੂੰ ਵੀ ਉਹਦਾ ਨੁਕਸਾਨ ਹੋਊਗਾ। ਆਪਾਂ ਨੂੰ ਚਾਹੀਦਾ ਆ ਕਿ ਇਸ ਵੇਲੇ ਇਹਨਾਂ ਦਾ ਕਾਟੋ ਕਲੇਸ਼ ਇੱਕ ਪਾਸੇ ਹੋਵੇ। ਜੇ ਇਹ ਕੁਝ ਡਿਲੀਵਰ ਕਰਦੇ ਆ ਤਾਂ ਚੰਗੀ ਵਾਹਵਾ ਭਲੀ, ਨਹੀਂ ਤੇ ਚੋਣਾਂ ਤੇ ਆਈਆਂ ਖੜੀਆਂ, ਆਪੇ ਲੋਕ ਦੱਸ ਦੇਣਗੇ ਵੀ ਚੰਗਾ ਫਿਰ ਤੁਸੀਂ ਘਰ ਬੈਠੋ, ਪਹਿਲਾਂ ਤੁਸੀਂ ਆਪਣੇ ਝਗੜੇ ਦੂਰ ਕਰ ਲਓ, ਆਪਣੀਆਂ ਹਉਮੈ ਉਹਨੂੰ ਥੋੜਾ ਜਿਹਾ ਸੂਤਰ ਕਰ ਲਓ, ਫਿਰ ਜਦੋਂ ਠੀਕ ਠਾਕ ਹੋ ਜਾਓਗੇ ਲੋਕਾਂ ਸਾਹਮਣੇ ਨਿਮਾਣੇ ਬਣ ਕੇ ਆਓਗੇ, ਲੋਕ ਤੁਹਾਨੂੰ ਵੋਟਾਂ ਪਾ ਦੇਣਗੇ। ਪਰ ਨਾਲ ਇੱਕ ਗੱਲ ਹੈ ਕਿ ਤੁਹਾਡੇ ਸਾਹਮਣੇ ਜਿਹੜੇ 2-3 ਚੀਜ਼ਾਂ ਹੋ ਰਹੀਆਂ, ਇੱਕ ਗੱਲ ਮੈਂ ਉਸ ਤੇ ਅੰਦਾਜ਼ੇ ਤੇ ਕਹਿ ਸਕਦਾ ਜੋ ਗੱਲਾਂ ਹੋ ਰਹੀਆਂ, ਇੱਕ ਤੇ ਉੱਪਰੋਂ ਥੱਲੇ ਸਮਾਜਿਕ ਤੌਰ ਤੇ ਜੋ ਹੋਇਆ, ਚੀਫ ਮਿਨਿਸਟਰ ਬਣੇ, ਪਹਿਲੀ ਵਾਰੀ ਬਣੇ। ਦੂਜਾ, ਇੱਕ ਤੁਹਾਡੀ ਡੈਮੋਕ੍ਰੇਸੀ ਦੀ, ਲੋਕਤੰਤਰਕ ਜਾਨੀ ਅਲੱਗ-ਅਲੱਗ ਆਵਾਜ਼ਾਂ ਦੀ ਸੁਣੀ ਗਈ, ਔਰ ਜਿਸ ਕਿਸਮ ਨਾਲ ਕੈਬਨਿਟ ਬਣੀ ਜਾਂ ਜਿਸ ਕਿਸਮ ਨਾਲ ਹੁਣ ਸਾਰਾ ਕੁਝ ਚਰਚਾ ਹੋ ਰਹੀਆਂ, ਇਹ ਕਦੀ ਹੁੰਦੀਆਂ ਨਹੀਂ ਸੀ। ਇਹ ਚੰਗੀ ਗੱਲ ਹੈ, ਮੈਂ ਤੈਨੂੰ ਹੈਲਦੀ ਚੀਜ਼ ਸਮਝਦਾ ਕਿ ਸਾਰੇ ਵਿਚਾਰ ਲੈਟ 100 ਫਲਾਵਰਸ ਬਲੂਮ, ਜਾਨੀ ਸਾਰੇ ਵਿਚਾਰ ਜਿਹੜੇ ਆ ਉਹ ਭਿੜਨ ਦਿਓ, ਉਹਦੇ ਚੋਂ ਗੱਲਾਂ ਨਿਕਲਣਗੀਆਂ। ਇੱਕ ਗੱਲ ਸਾਨੂੰ ਲਾਸਟ ਮੈਂ ਇਹ ਕਹਿਣੀ ਚਾਹੁੰਦਾ,
ਸੁਖਵਿੰਦਰ ਸਾਰਿਆਂ ਨੂੰ ਸਮਝ ਲਓ ਕਿ ਹੁਣ ਪਹਿਲਾਂ ਵਾਂਗੂ ਸਮੂਥ ਸੇਲਿੰਗ ਨਹੀਂ ਰਹਿਣੀ। ਹੁਣ ਇੱਥੇ ਦੇ ਭੱਜ ਟੁੱਟ ਉੱਪਰ ਥੱਲੇ ਸਾਰਾ ਕੁਝ ਖੱਬੇ ਸੱਜੇ ਹੋ ਹੀ ਜਾਣਾ। ਕਾਰਨ ਉਹਦਾ ਹੈ ਕਿ ਧਰਾਤਲ ਦੇ ਉੱਤੇ ਸਮਾਜ ਦੇ ਅੰਦਰ ਰਾਜਨੀਤਿਕ ਲੈਵਲ ਤੇ, ਆਰਥਿਕ ਲੈਵਲ ਤੇ, ਸਮਾਜਿਕ ਲੈਵਲ ਤੇ ਇੰਨੀ ਉਥਲ ਪੁਥਲ ਹੋ ਰਹੀ ਹੈ, ਇੰਨੀ ਕੁਝ ਤਬਦੀਲੀਆਂ ਆ ਰਹੀਆਂ ਕਿ ਉਸ ਨੂੰ ਜੇ ਤੁਸੀਂ ਇਹ ਕਹੋ ਕਿ ਇਹਦੇ ਵਿੱਚੋਂ ਇੱਕ ਵਾਰੀ ਵਨਸ ਫॉर ਆਲ ਇੱਕ ਫੈਸਲਾ ਕਰਕੇ ਤੇ ਤੁਸੀਂ ਸਮੂਥ ਸੇਲ ਕਰਕੇ ਗੱਡੀ ਅੱਗੇ ਲੈ ਜਾਓਗੇ, ਨਾ। ਜੋ ਸਿੱਧੂ ਦਾ ਅੱਜ ਹੋਇਆ, ਜਾਂ ਜੋ ਕੈਪਟਨ ਸਾਹਿਬ ਉੱਥੇ ਗਏ, ਜਾਂ ਜਿਹੜੀਆਂ ਹੋਰ ਗੱਲਾਂ ਸਾਰੀਆਂ ਹੋ ਰਹੀਆਂ, ਇਹ ਹੋ ਸਕਦਾ ਕਿ ਇਹ ਗੱਲਾਂ ਆਮ ਹੀ ਹੋਣ ਲੱਗ ਜਾਣ ਤੇ ਸਾਨੂੰ ਇਹਨਾਂ ਬਾਰੇ ਕੋਈ ਬਹੁਤੀ ਚਰਚਾ ਦੀ ਵੀ ਲੋੜ ਨਾ ਪਵੇ। ਕਾਰਨ ਇਹ ਹੈ ਕਿ ਜਿਸ ਕਿਸਮ ਨਾਲ ਸਮਾਜ ਸਾਡਾ ਹੈ ਉਹ ਟੁੱਟ ਗਿਆ, ਉਹ ਨਿਰਾਸ਼ ਹੋਇਆ, ਔਰ ਜਿਸ ਕਿਸਮ ਨਾਲ ਉਹਨਾਂ 'ਚ ਦੂਸਰੀ ਸਾਈਡ ਦੇ ਉੱਤੇ ਇੱਕ ਵੱਡੀ ਜਾਗਰਤੀ ਦੀ ਜਾਗ ਲੱਗ ਗਈ ਆ। ਥੈਂਕਸ ਜਿਹੜਾ ਸਾਨੂੰ ਕਰਨਾ ਚਾਹੀਦਾ ਆਪਣੇ ਕਿਸਾਨ ਮੂਵਮੈਂਟ ਨੂੰ, ਕਿਸਾਨ ਲੀਡਰਾਂ ਨੂੰ। ਉਹਨਾਂ ਨੇ ਲੋਕਾਂ ਦੇ ਵਿੱਚ ਇੱਕ ਨਵਾਂ ਭਰੋਸਾ, ਇੱਕ ਨਵੀਂ ਜਾਗਰਤੀ ਪੈਦਾ ਕੀਤੀ ਹੈ। ਉਹਦੇ ਕਰਕੇ ਇਹ ਜਿਹੜੀਆਂ ਪਾਰਟੀਆਂ ਹਮੇਸ਼ਾ ਹੀ ਇਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ, ਉਹ ਟੁੱਟ ਭੱਜ ਊਠਕ ਬੈਠਕ ਇਹ ਚੱਲਦੀ ਰਹੂਗੀ ਆਉਣ ਵਾਲੇ ਲੰਮੇ ਸਮੇਂ ਤੱਕ। ਹਾਂਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਤੇ ਨਜ਼ਰ ਰਹੇਗੀ, ਕਿਉਂਕਿ ਪਲ-ਪਲ ਜਿਹੜੇ ਨਿਊਜ਼ ਸਮੀਕਰਨ ਬਦਲਦੇ ਜਾ ਰਹੇ ਨੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮਿਲੀ ਇਜਾਜ਼ਤ, ਧੰਨਵਾਦ।